ਕੀ ਹਾਲ ਚਾਲ ਹੈ प्यारे दोस्तों, ठीक ठाक हो? अच्छा यार ना, मैं कल एक वीडियो पाई सी ਧੰਮ ਬਾਦਸ਼ਾਹ ਦੀ। ठीक है, ਉਹਦਾ मैं पार्ट 2 लेके आया तो इंशाल्लाह सुनोगे पार्ट 2 भी तो मज़ा आएगा। अगर मेरा पार्ट 1 अच्छा लगा है तो कमेंट च लाजमी दस्या जे, तो इंशाल्लाह उस तो ज़्यादा मज़ेदार एक पार्ट 2 होएगा। लो जी गल शुरू करने आ। जिसले नुकरानी थल्ले आँदी है ना जी, तो आन के कहती कि शहजादी कह रही कि मैंने तू कुरान पाक सही करवावेगा, सही पढ़वावेगा। तो उन्हें कहा जी हाँ मैं पढ़ावागा। तो जी वो टोकरी ले लेंगे, उन्होंने रस्से रुस्से बन के ना तो उन्होंने ना उपर खिंच ले लेंगे। जिसले उपर खिंचते रहे ना तो वो अच्छे तरीके ना धो सवार के मतलब ना बिठा देंगे ने, कुरान पाक पढ़ाना शुरू कर देंगे। इस तरीके 2 या 3 दिन गुजरते हैं तो यही लफ्ज़ आ जाते हैं अगे, वाह इज्जो मन तो शाह व जिलो मन तो शाह। तो गश खा के डिग पैंदा, बेहोश हो जाता है। ਉਹ ਦੋਵਾਂ ਜਣੀਆਂ ਨੂੰ ਵਕਤ ਪੈ ਜਾਂਦਾ ਵੀ ਇਹਨੂੰ ਕੀ ਹੋਇਆ, ਇਹ ਕਿਉਂ ਡਿੱਗ ਪਿਆ। ਉਹਦੇ ਤੇ ਪਾਣੀ ਪੂਣੀ ਮਾਰਦੀਆਂ ਨੇ, ਮਾਰ ਕੇ ਉਹਨੂੰ ਖਾਂਦੀਆਂ ਨੇ, ਵਿੱਚ ਇਹਨੂੰ ਕੀ ਹੋਇਆ ਸੀ। ਉਹਨੇ ਕਿਹਾ ਮੈਂ ਇੱਕ ਵਕਤ ਦਾ ਬਾਦਸ਼ਾਹ ਸਾਂ, ਧੰਮ ਬਾਦਸ਼ਾਹ ਜਿਹਨੂੰ ਕਹਿੰਦੇ ਨੇ, ਤੇ ਮੇਰੇ ਕੋਲ ਬੜੀ ਦੌਲਤ ਬੜੀ ਜਾਇਦਾਦ ਸੀ। ਸਿਰਫ ਮੈਂ ਕੀ ਕਿ ਮੈਂ ਇੱਕ ਹਕਾਰ ਬੋਲ ਬੈਠਾ ਸਾਂ। ਇਹ ਜਿਹੜਾ ਲਫ਼ਜ਼ ਸੀ ਨਾ, ਜਦੋਂ ਮੈਂ ਪੜ੍ਹੇ ਸਨ ਨਾ, ਤੇ ਮੈਂ ਕਿਹਾ ਸੀ ਮੈਂ ਐਡਾ ਵੱਡਾ ਬਾਦਸ਼ਾਹ ਹੋ ਕੇ ਤੇ ਮੈਨੂੰ ਦੇਵੇ ਰੱਬ ਜ਼ਿੱਲਤ, ਤੇ ਅੱਜ ਮੈਂ ਉਹ ਜ਼ਿੱਲਤ ਭੁਗਤਦਾ ਪਿਆ। ਹੋਰ ਮੈਂ ਕੋਈ ਤੇਰੇ ਭਰਾ ਦਾ ਕਾਤਲ ਨਹੀਂ ਹੈਗਾ। ਲੋ ਜੀ ਨਾ गल की उन्होंने थले लाँदियाँ ने तो बादशाह ऐलान कर देंदा है 7 बादशाही के शहजादे आ जान, मैं अपनी बेटी की शादी करना चाहना। लो जी 7 बादशाही के बेटे जोड़े ना शहजादे आ जाते हैं, आन के खड़े होंगे ने। उन्होंने जी बादशाह की बेटी होंगी ना शहजादी, वो कहती भी तू भी रेड़ रुड़ के ना उत्थे चले जाना है जिथे वो शहजादे खड़े होंगे। लो जी वो भी रेड़ रुड़ के ना बड़ा जवान होंगे, खूबसूरत होंगे। की है जो बस वो रब की पकड़ च आ गया, घर बोल लिया ना, गरूर कर लिया दौलत का, रब की पकड़ च आ गया तो वह ना रेड़ रुड़ के उत्थे पहुँच जाता है। ਹੁਣ ਜਿਹੜੀ ਨੁਕਰਾਨੀ ਹੁੰਦੀ ਹੈ ਨਾ, ਉਹ ਇੱਕ ਰੰਗ ਦਾ ਕੁੱਟਾ ਲੈ ਕੇ ਜਾਂਦੀ ਹੈ, ਇੱਕ ਬਰਤਨ ਕਹਿ ਲਓ, ਉਹਦੇ 'ਚ ਰੰਗ ਹੁੰਦਾ। ਉਹਨੇ ਜਿਸ ਲੜਕੇ ਤੇ ਡੋਲ ਦਿੱਤਾ ਨਾ, ਸਮਝ ਲਓ ਕਿ ਉਹ ਉਹਨੂੰ ਪਸੰਦ ਹੈ, ਬਾਦਸ਼ਾਹ ਦੀ ਬੇਟੀ ਨੂੰ। ਹੋਰ ਬਾਦਸ਼ਾਹ ਦੀ ਬੇਟੀ ਆਣ ਕੇ ਪਸੰਦ ਨਹੀਂ ਕਰਦੀ, ਸਿਰਫ ਉਹ ਯਾਨੀ ਰੰਗ ਦਾ ਨਿਸ਼ਾਨੀ ਹੁੰਦੀ, ਜਿਹਦੇ ਤੇ ਉਹ ਰੰਗ ਡੋਲ ਦਿੱਤਾ ਉਹ ਉਹਦਾ ਮਤਲਬ ਨਾ ਹਮਸਫਰ ਬਣ ਗਿਆ। ਲੋ ਜੀ ਨੁਕਰਾਨੀ ਰੰਗ ਲੈ ਕੇ ਆਉਂਦੀ ਹੈ ਤੇ ਆਣ ਕੇ ਨਾ ਉਸੇ ਉਹ ਜਿਹੜੇ ਧੰਮ ਬਾਦਸ਼ਾਹ ਹੁੰਦਾ ਨਾ, ਉਹ ਜਿਹੜਾ ਲੂਲਾ ਲੰਗੜਾ ਹੁੰਦਾ ਜਿਹਦੇ ਹੱਥ ਪੈਰ ਕੱਟੇ ਹੁੰਦੇ ਨੇ, ਉਹਦੇ ਉੱਪਰ ਰੋੜ ਦਿੰਦੀ। ਉਹ ਸਾਰੇ ਜਿਹੜੇ ਜਿੰਨੇ ਵੀ ਮਹਿਮਾਨ ਹੁੰਦੇ ਨੇ ਜਾਂ ਜਿੰਨੇ ਵੀ ਲੋਕ ਹੁੰਦੇ ਨੇ ਨਾ, ਤਾੜੀ ਮਾਰ ਦਿੰਦੇ ਨੇ। ਲੋ ਜੀ ਉਹ ਨੁਕਰਾਨੀ ਭੁੱਲ ਗਈ ਹੈ। ਦੁਬਾਰਾ ਫਿਰ ਉਹ ਲੈ ਕੇ ਆਉਂਦੀ, ਦੁਬਾਰਾ ਫਿਰ ਉਹਦੇ ਦੀ ਰੰਗ ਡੋਲ ਦਿੰਦੀ। ਤੀਸਰੀ ਵਾਰੀ ਫਿਰ ਜਦੋਂ ਡੋਲਦੀ ਹੈ ਨਾ, ਤੇ ਉਸ ਵੇਲੇ ਜਿਹੜੇ ਬਾਦਸ਼ਾਹ ਦੇ ਬੇਟੇ ਹੁੰਦੇ ਨਾ, ਸ਼ਹਿਜ਼ਾਦੇ ਆਏ ਹੁੰਦੇ ਨੇ, ਉਹ ਕਹਿੰਦੇ ਨੁਕਰਾਨੀ ਨਹੀਂ ਭੁੱਲੀ, ਬਾਦਸ਼ਾਹ ਦੀ ਬੇਟੀ ਨੂੰ ਪਸੰਦ ਹੀ ਇਹ ਹੈ, ਅਸੀਂ ਜਾਣਦੇ ਹਾਂ, ਸਾਨੂੰ ਐਵੇਂ ਬੁਲਾ ਲਿਆ। ਜਦੋਂ ਉਹਨੂੰ ਪਸੰਦ ਹੀ ਉਹ ਸੀ, ਆਪਦੀ ਯਾਨੀ ਆਪਦਾ ਜਿਹੜਾ ਭਰਾ ਦਾ ਕਾਤਲ ਪਸੰਦ ਸੀ, ਤੇ ਸਾਨੂੰ ਕਾਤਲ ਹੀ ਬੁਲਾਇਆ ਫਿਰ। ਲੋ ਜੀ ਉਹਨਾਂ ਬਾਦਸ਼ਾਹ ਨੂੰ ਬੜਾ ਗੁੱਸਾ ਚੜ੍ਹਦਾ ਤੇ ਬਾਦਸ਼ਾਹ ਬੁਲਾ ਲੈਂਦਾ, ਕਹਿੰਦਾ ਵੀ ਮੇਰੀ ਬੇਟੀ ਨੂੰ ਬੁਲਾਓ ਤੇ ਉਹਨੂੰ ਕਹੇ ਪਰਦੇ ਤੋਂ ਬਗੈਰ ਆਵੇ। ਲੋ ਜੀ ਉਹ ਚਾਦਰ ਲੈਂਦੀ ਲੈ ਕੇ ਨਾ ਉੱਪਰ ਤੇ ਨੀਚੇ ਆ ਜਾਂਦੀ, ਮਹਲਾਂ ਤੋਂ ਉੱਤਰ ਆਉਂਦੀ ਥੱਲੇ। ਕਹਿੰਦੀ ਹਾਂਜੀ ਦੱਸੋ। ਕਹਿੰਦਾ ਵੀ ਤੂੰ ਇਸ ਲੂਲੇ ਨੂੰ ਲੈ ਕੇ ਨਾ ਤੇ ਇੱਥੋਂ ਲੈ ਕੇ ਨਿਕਲ ਜਾ, ਮੇਰੀ ਬਾਦਸ਼ਾਹੀ ਤੋਂ ਦੂਰ ਹੋ ਜਾ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਮੈਨੂੰ ਨਜ਼ਰ ਨਾ ਆਵੀਂ। ਲੋ ਜੀ ਉਹ ਵਿਚਾਰੀ ਨਾ ਉਸੇ ਟੋਕਰੀ ਦੇ ਵਿੱਚ ਉਹਨੂੰ ਪਾਉਂਦੀ, ਪਾ ਕੇ ਸਿਰ 'ਤੇ ਰੱਖਦੀ ਤੇ ਟੁਰ ਪੈਂਦੀ। ਮੂੰਹ 'ਤੇ ਕਾਲਕ ਵਗੈਰਾ ਮਲ ਲੈਂਦੀ ਹੈ, ਠੀਕ ਹੈ, ਵਾਲ ਵਗੈਰਾ ਯਾਨੀ ਮਲੰਗਣੀ ਬਣ ਜਾਂਦੀ, ਕਹਿ ਲਵੋ ਕਿ ਇੱਕ ਨਾ ਦੀਵਾਨੀ ਕਹਿ ਲਵੋ, ਤੇ ਲੈ ਕੇ ਟੁਰ ਪੈਂਦੀ ਹੈ ਜੀ ਉਹਨੂੰ। ਜਦੋਂ ਨਾ ਇਹ ਬਾਦਸ਼ਾਹੀ ਛੱਡਦੀ ਤੇ ਅਗਲੀ ਬਾਦਸ਼ਾਹੀ ਆ ਜਾਂਦੀ, ਉਸ ਤੋਂ ਅਗਲੀ ਬਾਦਸ਼ਾਹੀ ਉਸੇ ਬਾਦਸ਼ਾਹ ਦੀ ਹੁੰਦੀ ਹੈ, ਧੰਮ ਬਾਦਸ਼ਾਹ ਦੀ, ਜਿਹਨੂੰ ਸਿਰ 'ਤੇ ਟੋਕਰੀ ਚੁੱਕ ਕੇ ਟੁਰ ਪੈਂਦੀ ਹੈ। ਲੋ ਜੀ ਅਗਲੀ ਬਾਦਸ਼ਾਹੀ 'ਚ ਨਾ ਵਿਚਾਰੇ ਰੱਖਦੇ ਨੇ, ਜਾ ਕੇ ਥੱਲੇ ਬਹਿੰਦੀ, ਬਹਿ ਕੇ ਤੇ ਵਿਚਾਰਾ ਨਾ ਰੇੜ ਕੇ ਥੱਲੇ ਉਤਰ ਜਾਂਦਾ ਤੇ ਰੋਟੀ ਵਗੈਰਾ ਮੰਗ ਕੇ ਲਿਆਉਂਦੀ ਹੈ, ਦੋਵੇਂ ਨੇ ਖਾਂਦੇ ਨੇ, ਖਾ ਕੇ ਤੇ ਫਿਰ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਨੇ। ਅੱਗੇ ਫਿਰ ਰਾਤ ਹੋ ਜਾਂਦੀ ਹੈ। ਜਿਸ ਵੇਲੇ ਨਾ 7-8 ਦਾ ਜਾਂ 9 ਦਾ ਟਾਈਮ ਹੋਇਆ ਨਾ, ਤੇ ਉਹ ਕਹਿੰਦੀ ਵੀ ਤੂੰ ਹੁਣ ਇੱਥੇ ਬਹਿ ਤੇ ਮੈਂ ਨਾ ਮੰਗ ਲਿਆਵਾਂ ਤੇ ਆਪਾਂ ਰੋਟੀ ਖਾ ਲਈਏ। ਉਹ ਗਈ ਜਿਹੜੀ ਮੰਗਣ ਵਾਸਤੇ, ਤੇ ਇਹ ਹੁਣ ਬੈਠਾ ਉਸ ਟੋਕਰੀ ਦੇ ਕੋਲ, ਤੇ ਯਾਨੀ ਨਾ 3 ਲੋਕਾਂ ਦਾ ਝਗੜਾ ਹੋ ਰਿਹਾ, ਇਲਮ, ਅਕਲ ਤੇ ਦੌਲਤ, ਤਿੰਨਾਂ ਦਾ ਝਗੜਾ ਹੋ ਰਿਹਾ ਜੀ। ਕਹਿੰਦੇ ਨੇ ਇਲਮ ਕਹਿੰਦਾ ਮੈਂ ਵੱਡਾ, ਅਕਲ ਕਹਿੰਦੀ ਮੈਂ ਵੱਡੀ ਹਾਂ, ਦੌਲਤ ਕਹਿੰਦੀ ਮੈਂ ਵੱਡੀ ਹਾਂ, ਠੀਕ ਹੈ। ਹੁਣ ਇਲਮ ਕਹਿੰਦਾ ਕਿ ਕਿੱਥੋਂ ਹੋਵੇ ਧੰਮ ਬਾਦਸ਼ਾਹ ਜਿਹੜਾ ਆਪਣਾ ਰੋਲਾ ਮਕਾਵੇ ਵੀ ਆਪਣੇ 'ਚ ਵੱਡਾ ਕੌਣ ਹੈ। ਉਹਨੂੰ ਵਿਚਾਰਾ ਨਾ ਕੋਲ ਬਹਿ ਕੇ ਸੌਂਦਾ ਪਿਆ ਸੀ। ਉਹਨੇ ਕਿਹਾ ਵੀ ਮੈਂ ਆ ਧੰਮ ਬਾਦਸ਼ਾਹ, ਮੈਂ ਤੁਹਾਡਾ ਰੋਲਾ ਮਕਾਉਣਾ। ਤੇ ਕੋਲ ਹੀ ਇੱਕ ਕਹਿ ਲਓ ਇੱਕ ਤਲਾਬ ਹੈਗਾ ਸੀ, ਉਹਦੇ ਵਿੱਚ ਨਾ ਕਾਂ ਜਾਂ ਜਾਨਵਰ ਸੀ ਨਾ ਕੋਈ ਵੀ, ਜਦੋਂ ਟੁੱਬੀ ਲਾਉਂਦਾ ਸੀ ਨਾ ਤੇ ਉਹ ਕਾਲਾ, ਤੇ ਜਦੋਂ ਬਾਹਰ ਨਿਕਲਦਾ ਸੀ ਚਿੱਟਾ। ਯਾਨੀ ਕਾਂ ਜਾਂਦੇ ਨੇ ਵਿੱਚ ਟੁੱਬੀ ਲਾਉਂਦੇ ਨੇ ਤੇ ਕਾਲੇ, ਜਦੋਂ ਬਾਹਰ ਆਉਂਦੇ ਨੇ ਚਿੱਟੇ। ਉਹ ਨਾ 3 ਜਣੇ ਕਹਿੰਦੇ ਨੇ ਵੀ ਤੂੰ ਨਾ ਰੇੜ ਕੇ ਨਾ ਸਟੋਏ ਦੇ ਵਿੱਚ ਚਲਾ ਜਾ।
ਉੱਤੇ ਨਾ ਰਿੜ ਰੁੜ ਕੇ ਨਾ ਉਹਦੇ ਵਿੱਚ ਜਾਂਦਾ ਹੈ ਤੇ ਉਹ ਸਹੀ ਸਲਾਮਤ ਹੋ ਕੇ ਨਾ ਬਾਹਰ ਆ ਜਾਂਦਾ ਹੈ। ਅੱਲਾਹ ਪਾਕ ਨੇ ਜ਼ਿਲਤ ਦਿੱਤੀ ਹੈ, ਉਹਨੇ ਤੌਬਾ ਕੀਤੀ ਹੈ ਤੇ ਅੱਲਾਹ ਪਾਕ ਨੇ ਉਹਦੇ ਵਾਸਤੇ ਵਸੀਲੇ ਵੀ ਬਣਾਤੇ ਨੇ। ਹੋਰ ਕਹਾਣੀਆਂ ਹਕੀਕਤ ਨਹੀਂ ਹੁੰਦੀਆਂ, ਲੇਕਿਨ ਕਹਾਣੀਆਂ ਵਿੱਚ ਸਬਕ ਹੁੰਦੇ ਨੇ ਕਿ ਇਹ ਕਹਾਣੀ ਕਿਸ ਮਕਸਦ ਵਾਸਤੇ ਬਣੀ ਹੈ, ਸਮਝਣ ਵਾਲੇ ਸਮਝ ਆਉਂਦੇ ਨੇ। ਲੋ ਜੀ, ਉਹ ਨਾ ਜਿਸਲੇ ਬਾਹਰ ਆ ਜਾਂਦਾ ਹੈ ਨਾ ਤੇ ਉਹਨੂੰ ਕਹਿੰਦੇ ਨੇ ਵੀ ਚਲੋ ਲਾਈਨ ਸਿਰ ਖੜੇ ਹੋ ਜਾਓ ਤਿੰਨੇ ਜਣੇ, ਮੈਂ ਤੁਹਾਡਾ ਝਗੜਾ ਜਿਹੜਾ ਨਾ ਮੁਕਾਣਾ। ਸਭ ਤੋਂ ਪਹਿਲੇ ਵਾਰੀ ਆਉਂਦੀ ਦੌਲਤ ਦੀ। ਉਹਨੇ ਕਿਹਾ ਤੇਰੇ ਨਾਲ ਮੇਰੇ ਖਜ਼ਾਨੇ ਭਰੇ ਸਨ, ਠੀਕ ਹੈ, ਬਹੁਤ ਦੌਲਤ ਸੀ ਮੇਰੇ ਕੋਲ, ਤੂੰ ਨਾ ਹੁੰਦੀ ਤੇ ਮੈਂ ਅੱਜ ਇਸ ਨੌਬਤ ਤੱਕ ਨਾ ਹੁੰਦਾ, ਮੈਂ ਆਕਾਰ ਨਾ ਬੋਲਦਾ। ਉਹਨੇ ਕਿਹਾ ਤੂੰ ਝੂਠੀ ਹੈ, ਤੂੰ ਸਾਈਡ ਤੇ ਹੋ ਜਾ, ਤੂੰ ਨਹੀਂ ਵੱਡੀ। ਬਾਅਦ ਚ ਵਾਰੀ ਆ ਜਾਂਦੀ ਜੀ ਅਕਲ ਦੀ। ਜਿਸਲੇ ਅਕਲ ਆਉਂਦੀ, ਉਹਨੇ ਕਿਹਾ ਜਿਸਲੇ ਮੈਂ ਕੁਰਾਨ ਪਾਕ ਪੜ੍ਹ ਰਿਹਾ ਸਾਂ ਤੇ ਮੈਂ ਇਹ ਲਫ਼ਜ਼ ਬੋਲੇ ਸਨ ਹਕਾਰ ਦੇ, ਜਦੋਂ ਮੈਂ ਕਿਹਾ ਸੀ ਕਿ ਅੱਲਾਹ ਪਾਕ ਮੈਨੂੰ ਦੇਵੇ ਜ਼ਿਲਤ, ਵੀ ਮੇਰੇ ਕੋਲ ਤਾਂ ਬਹੁਤ ਦੌਲਤ ਹੈ, ਤੇ ਉਦੋਂ ਇਹ ਅਕਲ ਕਿੱਥੇ ਸੀ? ਮੇਰੀ ਅਕਲ ਮਰੀ ਸੀ। ਅਗਰ ਮੇਰੇ ਕੋਲ ਅਕਲ ਹੁੰਦੀ ਤੇ ਮੈਂ ਲਫ਼ਜ਼ ਨਾ ਕਦੇ ਵੀ ਬੋਲਦਾ ਜ਼ਿਲਤ ਦੇ। ਲੋ ਜੀ, ਉਹਨੂੰ ਕਹਿੰਦੇ ਤੂੰ ਵੀ ਛੱਡ, ਤੂੰ ਵੀ ਝੂਠਾ ਹੈ, ਅਕਲ ਨੂੰ ਕਹਿੰਦਾ। ਬਾਅਦ ਚ ਵਾਰੀ ਆਉਂਦੀ ਇਲਮ ਦੀ। ਉਹਨੇ ਕਿਹਾ ਇਲਮ ਵੱਡਾ ਹੈ। ਉਹਨੇ ਕਿਹਾ ਮੇਰੇ ਕੋਲ ਇਲਮ ਹੈਗਾ ਸੀ ਅੱਜ, ਤੇ ਮੈਂ ਕੁਰਾਨ ਪਾਕ ਪੜ੍ਹਾਇਆ ਬਾਦਸ਼ਾਹ ਦੀ ਬੇਟੀ ਨੂੰ, ਤੇ ਉੱਥੋਂ ਮੈਂ ਮਤਲਬ ਨਾ ਉਸ ਇਲਮ ਦੇ ਸਿਰ ਤੇ ਹੀ ਅੱਜ ਮੈਂ ਆਪਣੀ ਬਾਦਸ਼ਾਹੀ ਦੇ ਵਿੱਚ ਦੁਬਾਰਾ ਜਾ ਰਿਹਾ, ਇਲਮ ਦੇ ਸਿਰ ਤੇ। ਤੇ ਕਦੀ ਵੀ ਜਿਹੜਾ ਇਲਮ ਹੁੰਦਾ ਹੈ ਕਦੀ ਕਿਸੇ ਕੋਲੋਂ ਵੰਡਿਆ ਨਹੀਂ ਜਾਂਦਾ ਹੁੰਦਾ। ਇਲਮ ਆਪਣੀ ਜਗੀਰ ਹੁੰਦੀ, ਕਿਸੇ ਦੀ ਜਗੀਰ ਨਹੀਂ ਹੁੰਦੀ, ਠੀਕ ਹੈ। ਤੇ ਇਲਮ ਸਭ ਤੋਂ ਵੱਡਾ ਹੈ ਜੀ। ਉਹ ਲੈ ਕੇ ਉਹਨੂੰ ਜਿਸ ਲਈ ਉਹ ਆਉਂਦੀ ਹੈ ਬਾਦਸ਼ਾਹ ਦੀ ਬੇਟੀ ਤੇ ਦੇਖਦੀ ਏ ਉਹਨੂੰ ਬੈਠਾ ਹੁੰਦਾ ਕੋਲ, ਉਹਨੂੰ ਕਹਿੰਦੀ ਵੀ ਤੂੰ ਮੇਰੇ ਨਾ ਟੁੰਡੇ ਨੂੰ ਮਾਰ ਦਿੱਤਾ ਹੈ ਤੇ ਤੂੰ ਕੌਣ ਹੈ? ਉਹਨੇ ਕਿਹਾ ਜੀ ਮੈਂ ਹੀ ਹਾਂ ਉਹ। ਉਹਨੇ ਕਿਹਾ ਤੂੰ ਤੇਰੇ ਹੱਥ ਪੈਰ ਕਿਸ ਤਰੀਕੇ ਨਾਲ ਸਹੀ ਹੋ ਗਏ ਨੇ? ਉਹਨੇ ਕਿਹਾ ਉਹ ਸਾਹਮਣੇ ਦੇਖ ਤਲਾਬ, ਉਹਦੇ ਵਿੱਚ ਕੌਵੇ ਜਾਂਦੇ ਨੇ ਕਾਲੇ, ਲੇਕਿਨ ਚਿੱਟੇ ਹੋ ਕੇ ਵਾਪਸ ਆ ਰਹੇ ਨੇ, ਤੇ ਮੈਂ ਉਹਦੇ ਵਿੱਚ ਗਿਆ ਤੇ ਅੱਲਾਹ ਪਾਕ ਨੇ ਮੇਰੇ ਨਾ ਮੁਸੀਬਤ ਜਿਹੜੀ ਮੇਰੇ ਤੇ ਆਈ ਸੀ ਉਹ ਅੱਲਾਹ ਪਾਕ ਨੇ ਕੱਟ ਦਿੱਤੀ ਹੈ। ਫਿਰ ਉਹ ਸਾਰੀ ਕਹਾਣੀ ਸੁਣਾਉਂਦਾ ਉਹਨੂੰ ਪਿਛਲੀ, ਕਿ ਇਸ ਤਰ੍ਹਾਂ ਹੋਇਆ ਸੀ, ਇਸ ਤਰ੍ਹਾਂ ਨੂੰ ਮੇਰੇ ਤੇ ਰੰਗ ਡੋਲਿਆ ਸੀ, ਮੈਂ ਤੈਨੂੰ ਕੁਰਾਨ ਪਾਕ ਵੀ ਪੜ੍ਹਾਇਆ ਸੀ, ਯਾਨੀ ਸਾਰੀ ਕਹਾਣੀ ਸੁਣਾਉਂਦਾ। ਉਹਨੂੰ ਯਕੀਨ ਹੋ ਜਾਂਦਾ। ਲੋ ਜੀ, ਦੋਨੋਂ ਜਣੇ ਟੁਰਦੇ ਨੇ, ਆਪਣੀ ਬਾਦਸ਼ਾਹੀ ਚਲੇ ਜਾਂਦੇ ਨੇ। ਇਸ ਵਾਸਤੇ ਹਕਾਰ ਕਦੀ ਨਾ ਬੋਲੋ, ਗਰੂਰ ਕਦੀ ਨਾ ਕਰੋ ਦੌਲਤ ਤੇ। ਇਹ ਦੌਲਤ ਤੇ ਗਰੂਰ ਕੀਤਾ ਸੀ, ਠੀਕ ਹੈ, ਤੇ ਉਹ ਉਹਦਾ ਨਤੀਜਾ ਦੇਖ ਲਿਆ ਤੁਸੀਂ। ਤੇ ਬਾਕੀ ਅਗਰ ਗੱਲ ਅੱਛੀ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ, ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਆ ਜੇ, ਤੇ ਮਿਹਰਬਾਨੀ ਤੁਹਾਡੀ। ਥੈਂਕ ਯੂ। ਅੱਲਾ ਹਾਫਿਜ਼।